ਵੀਡੀਓ ਦੇਖ ਰਹੇ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਨੀ ਹੈ ਜੀ ਅਬਾਊਟ ਡਿਟੇਲ ਆਫ ਕਾਲਮ ਐਂਡ ਨੀ ਟਾਈਪ ਮਿਲਿੰਗ ਮਸ਼ੀਨ ਦੇ ਬਾਰੇ ਕਿ ਜੋ ਮਿਲਿੰਗ ਮਸ਼ੀਨ ਦਾ ਅਸੀਂ ਟੌਪਿਕ ਸਟਾਰਟ ਕੀਤਾ ਹੋਇਆ ਉਸ ਦੇ ਵਿੱਚ ਸਾਡੇ ਕੋਲ ਜੋ ਫਸਟ ਕੈਟਾਗਰੀ ਆ ਰਹੀ ਹੈ ਕਿ ਕਾਲਮ ਤੇ ਨੀ ਟਾਈਪ ਦੀ ਮਿਲਿੰਗ ਮਸ਼ੀਨ, ਉਸ ਦੇ ਬਾਰੇ ਅਸੀਂ ਡਿਟੇਲ ਦੇ ਵਿੱਚ ਕੁਝ ਜਾਣਕਾਰੀ ਲਵਾਂਗੇ। ਸੋ ਕਹਿੰਦਾ ਜੀ ਕਾਲਮ ਐਂਡ ਨੀ ਟਾਈਪ ਦੀ ਜੋ ਮਿਲਿੰਗ ਮਸ਼ੀਨ ਹੈ ਇਹ ਕਾਮਨਲੀ ਅਸੀਂ ਲੋ ਪ੍ਰੋਡਕਸ਼ਨ ਦੇ ਵਾਸਤੇ ਯੂਜ਼ ਕਰਦੇ ਹਾਂ, ਜਿਹਦੇ ਵਿੱਚ ਜੋ ਸਾਡਾ ਵਰਕਿੰਗ ਟੇਬਲ ਹੋਏਗਾ ਉਸ ਨੂੰ ਅਸੀਂ ਨੀ ਕਾਸਟਿੰਗ ਦੇ ਉੱਤੇ ਟਿਕਾਇਆ ਹੋਏਗਾ ਵਿਚ ਇਨ ਟਰਨ ਇਜ਼ ਮਾਊਂਟਡ ਔਨ ਦਾ ਵਰਟੀਕਲ ਸਲਾਈਡਸ ਆਫ ਦਾ ਕਾਲਮ, ਕਿ ਜਿਹਨੂੰ ਫਰਦਰ ਅਸੀਂ ਅੱਗੇ ਕਾਲਮ ਦੇ ਨਾਲ ਮਾਊਂਟ ਕੀਤਾ ਹੋਇਆ ਜੋ ਮਸ਼ੀਨ ਦਾ ਕਾਲਮ ਹੈ ਵਰਟੀਕਲ ਪੋਜੀਸ਼ਨ ਦੇ ਵਿੱਚ, ਕਿ ਤਾਂ ਕਿ ਜੋ ਸਾਡਾ ਵਰਕ ਪੀਸ ਅਸੀਂ ਟੇਬਲ 'ਤੇ ਐਡਜਸਟ ਕਰਨਾ ਉਹਨੂੰ ਅਸੀਂ ਜੋ ਰਿਕੁਆਇਰਡ ਸਾਡੀ ਹਾਈਟ ਹੈ ਕਿ ਉਹ ਵਰਕ ਪੀਸ ਸਾਡਾ ਟੂਲ ਦੀ ਇਨ ਰੇਂਜ ਦੇ ਵਿੱਚ ਅਸੀਂ ਐਡਜਸਟ ਕਰ ਸਕਦੇ ਹਾਂ ਇਸ ਨੀ ਕਾਸਟਿੰਗ ਦੀ ਹੈਲਪ ਦੇ ਨਾਲ। ਸੋ ਫਰਦਰ ਉਹ ਗੱਲ ਕਰ ਰਿਹਾ ਜੀ ਕਿ ਇਸ ਨੂੰ ਫਰਦਰ ਅੱਗੇ ਕਲਾਸੀਫਾਈ ਕੀਤਾ ਹੋਇਆ। ਹੁਣ ਕਲਾਸੀਫਿਕੇਸ਼ਨ ਕਿਸ ਦੇ ਆਧਾਰ ਦੇ ਉੱਤੇ ਕੀਤੀ ਹੈ? ਸਪਲਾਈਂਗ ਪਾਵਰ ਟੂ ਦਾ ਟੇਬਲ, ਕਿ ਜੋ ਟੇਬਲ ਵਰਕ ਟੇਬਲ ਹੈ ਮਸ਼ੀਨ ਦਾ ਉਸ ਨੂੰ ਅਸੀਂ ਪਾਵਰ ਕਿਸ ਤਰੀਕੇ ਦੇ ਨਾਲ ਸਪਲਾਈ ਕਰ ਰਹੇ ਹਾਂ। ਡਿਫਰੈਂਟ ਮੂਵਮੈਂਟਸ ਆਫ ਦਾ ਟੇਬਲ, ਕਿ ਉਸ ਟੇਬਲ ਦੀਆਂ ਡਿਫਰੈਂਟ ਮੂਵਮੈਂਟਸ ਕਿਹੜੀਆਂ ਹੋ ਸਕਦੀਆਂ ਨੇ। ਡਿਫਰੈਂਟ ਐਕਸਿਸ ਆਫ ਦਾ ਰੋਟੇਸ਼ਨ ਆਫ ਮੇਨ ਸਪਿੰਡਲ, ਕਿ ਜੋ ਉਸ ਮਸ਼ੀਨ ਦਾ ਮੇਨ ਸਪਿੰਡਲ ਹੈ ਉਸ ਦੇ ਮੂਵਿੰਗ ਰੋਟੇਟਿੰਗ ਜੋ ਐਕਸਿਸ ਨੇ ਡਿਫਰੈਂਟ ਉਹ ਕਿਹੜੇ ਹੋ ਸਕਦੇ ਆ। ਇਸ ਆਧਾਰ 'ਤੇ ਉਹਨਾਂ ਨੂੰ ਅਸੀਂ ਅੱਗੇ ਫਰਦਰ ਕਲਾਸੀਫਾਈ ਕੀਤਾ ਹੋਇਆ। ਸਾਹਮਣੇ ਸਕਰੀਨ 'ਤੇ ਜੀ ਅਸੀਂ ਦੇਖ ਪਾ ਰਹੇ ਹਾਂ ਕਿ ਜੋ ਸਾਡੇ ਕੋਲ ਨੀ ਐਂਡ ਕਾਲਮ ਟਾਈਪ ਦੀ ਮਿਲਿੰਗ ਮਸ਼ੀਨ ਹੈ ਉਸ ਦਾ ਸੈਟਅਪ ਕਿਸ ਤਰੀਕੇ ਦਾ ਹੋਏਗਾ। ਇੱਥੇ ਤੁਸੀਂ ਦੋ ਡਾਇਗਰਾਮ ਦੇਖ ਰਹੇ ਹੋ। ਲੈਫਟ ਸਾਈਡ 'ਤੇ ਤੁਹਾਨੂੰ ਜੋ ਡਾਇਗਰਾਮ ਦਿਖਾ ਰਿਹਾ ਇਹ ਹੈ ਸਕੀਮੈਟਿਕ ਡਾਇਗਰਾਮ ਆਫ ਮਿਲਿੰਗ ਮਸ਼ੀਨ, ਔਰ ਰਾਈਟ ਸਾਈਡ 'ਤੇ ਹੈ ਤੁਹਾਡੇ ਕੋਲ ਸਿੰਪਲੀ ਬਲੌਕ ਡਾਇਗਰਾਮ। ਤਾਂ ਜਦੋਂ ਐਗਜ਼ਾਮੀਨੇਸ਼ਨ ਦੇ ਵਿੱਚ ਅਸੀਂ ਕੋਈ ਡਾਇਗਰਾਮ ਬਣਾਉਣ ਨੂੰ ਆਉਂਦਾ ਤਾਂ ਸਿੰਪਲੀ ਅਸੀਂ ਬਲੌਕ ਡਾਇਗਰਾਮ ਦੀ ਹੈਲਪ ਦੇ ਨਾਲ ਉਸ ਨੂੰ ਸ਼ੋਅ ਕਰ ਸਕਦੇ ਹਾਂ, ਬਣਾਉਣਾ ਈਜ਼ੀ ਹੁੰਦਾ। ਸੋ ਇੱਥੇ ਥੋੜ੍ਹਾ ਜਿਹਾ ਹੁਣ ਡਿਟੇਲ ਦੇ ਵਿੱਚ ਇਹਨੂੰ ਦੇਖਦੇ ਹਾਂ ਕਿ ਕਿਸ ਤਰ੍ਹਾਂ ਦਾ ਹੋਏਗਾ। ਸਭ ਤੋਂ ਨੀਚੇ ਅਸੀਂ ਦੇਖ ਪਾ ਰਹੇ ਹਾਂ ਕਿ ਕਿਸੇ ਵੀ ਮਸ਼ੀਨ ਦਾ ਜੋ ਬੇਸ ਹੁੰਦਾ ਇਹਦੇ ਵੀ ਨੀਚੇ ਇੱਕ ਬੇਸ ਲੱਗਿਆ ਹੋਇਆ। ਉਸ ਬੇਸ ਦੇ ਰਾਈਟ ਸਾਈਡ 'ਤੇ ਸਾਡੇ ਕੋਲ ਇੱਕ ਕਾਲਮ ਹੈ ਵਰਟੀਕਲ ਕਾਲਮ, ਔਰ ਇਸ ਕਾਲਮ ਦੇ ਉੱਤੇ ਹੀ ਬਾਕੀ ਦੀਆਂ ਐਡਜਸਟਮੈਂਟ ਜਿਹੜੀਆਂ ਨੇ ਉਹ ਹੋਣਗੀਆਂ। ਜਿਵੇਂ ਕਿ ਜੋ ਅਸੀਂ ਨੀ ਦੀ ਗੱਲ ਕੀਤੀ ਸੀ ਕਿ ਨੀ ਕਾਸਟਡ ਹੈ ਸਾਡੇ ਕੋਲ ਜੋ ਕਾਸਟਿੰਗ ਦਾ ਪੋਰਸ਼ਨ ਆ ਜਿਸ ਦੇ ਉੱਤੇ ਸਾਡਾ ਵਰਕਿੰਗ ਟੇਬਲ ਹੋਏਗਾ। ਹੁਣ ਇੱਥੇ ਤੁਸੀਂ ਦੇਖ ਪਾ ਰਹੇ ਹੋ ਕਿ ਜੋ ਨੀ ਦੀ ਮੂਵਮੈਂਟ ਹੈ ਉਹ ਅਪ ਡਾਊਨ ਜੋ ਉਹਨੇ ਮੂਵਮੈਂਟ ਦੇਣੀ ਆ ਸਾਡੇ ਵਰਕ ਪੀਸ ਨੂੰ ਉਸ ਸਕਰੂ ਜੈਕ ਦੀ ਹੈਲਪ ਦੇ ਨਾਲ ਉੱਪਰ ਨੀਚੇ ਅਸੀਂ ਮੂਵ ਕਰਵਾ ਸਕਦੇ ਹਾਂ। ਇਸ ਤੋਂ ਉੱਪਰ ਸਾਡੇ ਕੋਲ ਸੈਡਲ ਲੱਗਿਆ ਹੋਇਆ। ਸੈਡਲ ਨੇ ਆਪਣੇ ਕੋਲ ਲੈਫਟ ਰਾਈਟ ਮੂਵਮੈਂਟ ਦੇਣੀ ਆ। ਉਸ ਤੋਂ ਉੱਤੇ ਸਾਡਾ ਟੇਬਲ ਆ ਗਿਆ ਜਿਸ ਦੇ ਉੱਤੇ ਸਾਡਾ ਜਿਗ ਜਾਂ ਫਿਕਸਚਰ ਅਟੈਚ ਕੀਤਾ ਹੋਏਗਾ। ਉਸ ਦੇ ਉੱਪਰ ਅਸੀਂ ਵਰਕ ਪੀਸ ਨੂੰ ਮਾਊਂਟ ਕੀਤਾ ਹੋਊਗਾ। ਔਰ ਉੱਪਰ ਇੱਧਰ ਅਸੀਂ ਦੇਖ ਰਹੇ ਹਾਂ ਜੀ ਕਾਲਮ ਦੇ ਨਾਲ ਹੀ ਸਾਡੇ ਕੋਲ ਆਰਬਰ ਹੈ ਜੋ ਸਾਡੀ ਸਲੀਵ ਵੀ ਜਿਹਨੂੰ ਅਸੀਂ ਕਾਊਂਟ ਕਰਦੇ ਹਾਂ, ਜੋ ਸਾਡੀ ਸ਼ਾਫਟ ਹੈ ਜਿਹਦੇ ਉੱਤੇ ਅਸੀਂ ਕਟਿੰਗ ਸਾਡਾ ਟੂਲ ਜੋ ਹੈ ਉਹ ਰੋਟੇਟ ਕਰਦਾ ਰਹੇਗਾ। ਔਰ ਕਾਲਮ ਦੇ ਵਿੱਚ ਹੀ ਇੱਥੇ ਇੱਕ ਮੋਟਰ ਲੱਗੀ ਹੋਏਗੀ ਜਿਸ ਦੇ ਨਾਲ ਸਾਡਾ ਆਰਬਰ ਅਟੈਚ ਹੋਏਗਾ। ਇਸ ਦੇ ਉੱਪਰ ਸਾਡੀ ਓਵਰ ਆਰਮ ਹੈ। ਓਵਰ ਆਰਮ ਇੱਕ ਸਪੋਰਟਿੰਗ ਆਰਮ ਹੈ ਜੋ ਕਿ ਫਰਦਰ ਇੱਧਰਲੀ ਸਾਈਡ ਤੋਂ ਰਾਈਟ ਸਾਈਡ ਤੋਂ ਸਾਰੀਆਂ ਸਪੋਰਟ ਦਊਗੀ ਬਾਕੀ ਦੇ ਕੰਪੋਨੈਂਟਸ ਨੂੰ। ਜਿਵੇਂ ਕਿ ਇੱਧਰ ਅਸੀਂ ਦੇਖ ਰਹੇ ਹਾਂ ਕਿ ਜੋ ਸਾਡਾ ਨੀ ਪੋਰਸ਼ਨ ਹੈ ਨੀ ਪੋਰਸ਼ਨ ਨੂੰ ਸਪੋਰਟ ਦੇ ਰਹੀ ਹੈ ਓਵਰ ਆਰਮ, ਔਰ ਇੱਥੇ ਸਾਨੂੰ ਆਰਬਰ ਨੂੰ ਸਪੋਰਟ ਦੇ ਰਹੀ ਹੈ ਓਵਰ ਆਰਮ। ਸੋ ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਕਿ ਫਰਦਰ ਜੋ ਇਹਨਾਂ ਨੂੰ ਕੈਟਾਗਰਾਈਜ਼ ਕੀਤਾ ਗਿਆ ਉਹ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਕੈਟਾਗਰਾਈਜ਼ ਕੀਤਾ ਗਿਆ। ਸੋ ਸਭ ਤੋਂ ਪਹਿਲਾਂ ਜੀ ਅਸੀਂ ਡਿਸਕਸ ਕਰਾਂਗੇ ਇਹਦੀ ਫਸਟ ਕੈਟਾਗਰੀ ਪਲੇਨ ਔਰ ਹੌਰੀਜ਼ੌਂਟਲ ਮਿਲਿੰਗ ਮਸ਼ੀਨ। ਇਹ ਜੋ ਪਲੇਨ ਔਰ ਹੌਰੀਜ਼ੌਂਟਲ ਮਿਲਿੰਗ ਮਸ਼ੀਨ ਹੈ ਜਿਵੇਂ ਕਿ ਦੱਸ ਰਹੀ ਹੈ ਕਿ ਇਹ ਬਿਲਕੁਲ ਸਿੰਪਲ ਅਤੇ ਜਿਸ ਦਾ ਐਕਸਿਸ ਸਾਡਾ ਐਕਸਿਸ ਆਫ ਵਰਕਿੰਗ ਜੋ ਸਾਡਾ ਆਰਬਰ ਹੈ ਉਹ ਹੌਰੀਜ਼ੌਂਟਲ ਕੰਡੀਸ਼ਨ ਦੇ ਵਿੱਚ ਹੋਏਗਾ, ਜੋ ਇਹਦਾ ਟੇਬਲ ਹੋਏਗਾ ਉਹ ਵੀ ਹੌਰੀਜ਼ੌਂਟਲ ਕੰਡੀਸ਼ਨ ਦੇ ਵਿੱਚ ਹੋਏਗਾ। ਇਸ ਨੂੰ ਕੁਛ ਇਸ ਤਰੀਕੇ ਦੇ ਨਾਲ ਸਮਝਾ ਰਿਹਾ, ਤੁਸੀਂ ਸੈਟਅਪ ਦੇ ਵਿੱਚ ਦੇਖ ਵੀ ਪਾ ਰਹੇ ਹੋ ਕਿ ਬਿਲਕੁਲ ਇਹਦੇ ਹੁਣ ਜੋ ਸੈਟਅਪ ਸਾਨੂੰ ਨਜ਼ਰ ਆ ਰਿਹਾ ਇਸ ਦੇ ਰਾਈਟ ਸਾਈਡ ਦੇ ਉੱਤੇ ਸਾਡੇ ਕੋਲ ਕਾਲਮ ਦਾ ਪੋਰਸ਼ਨ ਹੈ। ਹੁਣ ਕਾਲਮ ਜੋ ਹੈ ਉਹ ਕਾਹਦੇ ਵਾਸਤੇ ਕੰਮ ਆਉਂਦਾ ਕਿ ਇਹ ਹੌਲੋ ਸਟਰਕਚਰ ਹੈ ਜਿਸ ਦੇ ਵਿੱਚ ਸੋ ਸਾਡੀ ਡਰਾਈਵਿੰਗ ਮੋਟਰ ਹੋਏਗੀ ਜਾਂ ਸਪੀਡ ਚੇਂਜ ਗੀਅਰ ਫॉर ਸਪਿੰਡਲ ਹੋਏਗਾ ਜਾਂ ਮੈਕੈਨਿਜ਼ਮ ਫॉर ਕੰਟਰੋਲਿੰਗ ਦਾ ਟੇਬਲ ਐਂਡ ਨੀ ਮੂਵਮੈਂਟ, ਕਿ ਜਿੰਦੇ ਵੀ ਕੰਟਰੋਲਸ ਨੇ ਸਾਡੇ ਟੇਬਲ ਨੂੰ ਅਪ ਡਾਊਨ ਕਰਨਾ, ਲੈਫਟ ਰਾਈਟ ਕਰਨਾ ਜਾਂ ਨੀ ਦੀ ਜਿਹੜੀ ਮੂਵਮੈਂਟ ਹੈ ਉਸ ਨੂੰ ਕੰਟਰੋਲ ਜਿੰਨੇ ਕਰਨ ਵਾਲੇ ਮੈਕੈਨਿਜ਼ਮ ਨੇ ਉਹ ਸਾਰੇ ਦੇ ਸਾਰੇ ਕਾਲਮ ਦੇ ਵਿੱਚ ਹੀ ਹੋਣਗੇ। ਔਰ ਇਸ ਦਾ ਜੋ ਬੇਸ ਹੋਏਗਾ ਕਾਲਮ ਦਾ ਉਹ ਸਾਡੇ ਕੋਲ ਹੌਲੋ ਹੋਏਗਾ ਜਿਸ ਦੇ ਵਿੱਚ ਸਾਡਾ ਕੂਲੈਂਟ ਭਰਿਆ ਹੋਏਗਾ ਜੋ ਟਾਈਮ ਟੂ ਟਾਈਮ ਕਟਿੰਗ ਦੇ ਟਾਈਮ 'ਤੇ ਅਸੀਂ ਯੂਜ਼ ਕਰਨਾ।
ਔਰ ਇਸ ਕਾਲਮ ਦੇ ਬਿਲਕੁਲ ਫਰੰਟ ਦੇ ਉੱਤੇ ਇਸ ਜਗ੍ਹਾ ਤੇ ਮਸ਼ੀਨਡ ਵੇਜ਼ ਹੋਣਗੇ ਜਿਨ੍ਹਾਂ ਦੀ ਹੈਲਪ ਦੇ ਨਾਲ ਸਾਡਾ ਜੋ ਨੀ ਪੋਰਸ਼ਨ ਹੈ ਉਹਨੂੰ ਅਸੀਂ ਅਪ ਡਾਊਨ ਸਲਾਈਡ ਕਰ ਸਕਦੇ ਹਾਂ। ਠੀਕ ਹੈ। Knee forms the base for the saddle to slide towards and away from the column along with the work table fitted on the saddle। ਜਿਵੇਂ ਕਿ ਹੁਣੀ ਅਸੀਂ ਗੱਲ ਕੀਤੀ ਕਿ ਇਸ ਦੇ ਵਿੱਚ ਆਪਣੇ ਕੋਲ ਉੱਪਰਲਾ ਜੋ ਪੋਰਸ਼ਨ ਹੈ ਜਿਹਨੂੰ ਅਸੀਂ ਸੈਡਲ ਕਿਹਾ ਹੈ, ਇਸ ਸੈਡਲ ਨੂੰ ਵੀ ਹੁਣ ਜਦੋਂ ਮੂਵਮੈਂਟ ਦੇਣੀ ਹੈ ਉਹ ਮੂਵਮੈਂਟ ਵੀ ਕਿਹਦੇ ਉੱਤੇ ਫਿੱਟ ਹੈ, ਨੀਜ਼ ਦੇ ਉੱਤੇ। ਔਰ ਨੀਜ਼ ਦੀ ਹੈਲਪ ਦੇ ਨਾਲ ਹੀ ਹੁਣ ਜਿਵੇਂ ਤੁਸੀਂ ਇੱਥੇ ਦੇਖ ਰਹੇ ਹੋ ਕਿ ਇਹ ਸਾਡੇ ਕੋਲ ਕ੍ਰਾਸ ਸਲਾਈਡ ਲਿਖੀ ਹੋਈ ਹੈ, ਕ੍ਰਾਸ ਸਲਾਈਡ ਦੀ ਹੈਲਪ ਦੇ ਨਾਲ ਉਹਨੂੰ ਅਸੀਂ ਅੱਗੇ ਪਿੱਛੇ ਕਰ ਸਕਦੇ ਹਾਂ। ਇਹ ਸਾਡੇ ਕੋਲ ਦਿੱਤੀ ਹੋਈ ਹੈ ਸਲਾਈਡ ਹੈ ਟੇਬਲ ਦੀ, ਇਸ ਨੂੰ ਅਸੀਂ ਲੈਫਟ ਰਾਈਟ ਮੂਵ ਕਰਵਾ ਸਕਦੇ ਹਾਂ, ਨੀ ਦੇ ਹੈਲਪ ਦੇ ਨਾਲ ਉਹਨੂੰ ਅਪ ਡਾਊਨ ਲੈ ਕੇ ਜਾ ਸਕਦੇ ਹਾਂ। ਸੋ ਇਹ ਇਹਦੇ ਕੁਛ ਫੰਕਸ਼ਨ ਸੀਗੇ ਕਿ ਕਿਸ ਤਰੀਕੇ ਦੇ ਨਾਲ ਇਹ ਵਰਕ ਕਰੇਗਾ। ਨੈਕਸਟ ਉਹ ਇਸ ਚੀਜ਼ ਨੂੰ ਹੀ ਥੋੜ੍ਹਾ ਜਿਹਾ ਹੁਣ ਡਿਸਕਸ ਕਰ ਰਿਹਾ ਪੁਆਇੰਟਸ ਬਣਾ ਕੇ ਕਿ ਇਸ ਦੇ ਵਿੱਚ ਜੋ ਮੋਸ਼ਨਸ ਨੇ ਉਹ ਕਿਸ ਤਰੀਕੇ ਦੇ ਹੋ ਸਕਦੇ ਆ। ਕਹਿੰਦਾ ਇਹਦੇ ਵਿੱਚ ਬੇਸਿਕਲੀ 3 ਤਰ੍ਹਾਂ ਦੇ ਮੋਸ਼ਨ ਹੋ ਸਕਦੇ ਆ। ਪਹਿਲਾਂ ਵਰਟੀਕਲ ਮੋਸ਼ਨ ਦੀ ਗੱਲ ਕਰ ਰਿਹਾ, ਕਹਿੰਦਾ ਜਿਹੜਾ ਵਰਟੀਕਲ ਮੋਸ਼ਨ ਹੈ ਉਹ ਆਪਾਂ ਕਾਹਦੇ ਨਾਲ ਦੇਣਾ, ਨੀ ਦੀ ਹੈਲਪ ਦੇ ਨਾਲ ਅਪ ਡਾਊਨ ਮੋਸ਼ਨ ਜਿਹੜਾ ਹੈ। ਨੈਕਸਟ ਉਹ ਕ੍ਰਾਸ ਮੋਸ਼ਨ ਦੀ ਗੱਲ ਕਰ ਰਿਹਾ। ਹੁਣ ਕ੍ਰਾਸ ਮੋਸ਼ਨ ਕਿਸ ਦੀ ਹੈਲਪ ਦੇ ਨਾਲ ਹੋਏਗਾ, ਸੈਡਲ ਦੀ ਹੈਲਪ ਦੇ ਨਾਲ। ਹੁਣ ਜਿਵੇਂ ਆ ਸਾਡੇ ਕੋਲ ਕ੍ਰਾਸ ਸਲਾਈਡ ਦਿੱਤੀ ਹੋਈ ਹੈ ਕਿ ਉਸ ਨੂੰ ਅਸੀਂ ਅੱਗੇ ਪਿੱਛੇ ਵੀ ਮੂਵ ਕਰਵਾ ਸਕਦੇ ਹਾਂ। ਹੁਣ ਅੱਗੇ ਪਿੱਛੇ ਜਾਂ ਉਹਨੂੰ ਉੱਪਰ ਨੀਚੇ ਕਿਉਂ ਮੂਵ ਕਰਵਾਉਣਾ, ਕਿਉਂਕਿ ਸਾਡੀ ਜੋ ਵਰਕ ਪੀਸ ਹੋਏਗਾ, ਸੋ ਸਾਡੀ ਜੌਬ ਹੋਏਗੀ, ਉਸ ਦੀ ਐਡਜਸਟਮੈਂਟ ਟੂਲ ਦੇ ਅਕੋਰਡਿੰਗ ਅਸੀਂ ਸੈੱਟ ਕਰਨੀ ਹੈ। ਠੀਕ ਹੈ ਜੀ। ਨੈਕਸਟ ਹੈ ਸਾਡੇ ਕੋਲ ਤੀਸਰਾ ਆ ਜਾਂਦਾ ਜੀ ਲੌਂਗੀਟਿਊਡਨਲ ਮੋਸ਼ਨ। ਹੁਣ ਇਹ ਆਪਣੇ ਕੋਲ ਕੀ ਚੀਜ਼ ਹੈ ਕਿ ਬੈਕ ਐਂਡ ਫੋਰਥ ਜੋ ਮੂਵਮੈਂਟ ਹੋਏਗੀ ਟੇਬਲ ਦੀ ਉਹ ਅਸੀਂ ਸੈੱਟ ਕਰਨੀ ਹੈ ਲੌਂਗੀਟਿਊਡਨਲ ਦੇ ਨਾਲ। ਹੁਣ ਜਿਵੇਂ ਕਿ ਸਾਡੇ ਕੋਲ ਇਹ ਚੀਜ਼ ਦੇ ਨਾਲ ਟੇਬਲ ਨੂੰ ਅਸੀਂ ਲੈਫਟ ਰਾਈਟ ਮੂਵ ਕਰਵਾ ਕੇ ਉਸ ਨੂੰ ਸੈਟਅਪ ਕਰਨਾ। ਨੈਕਸਟ ਇਹਦੇ ਵਿੱਚ ਹੀ ਉਹ ਗੱਲ ਕਰ ਰਿਹਾ ਕਿ ਜੋ ਸਾਡਾ ਕਟਰ ਹੋਏਗਾ ਉਹ ਹੌਰੀਜ਼ੌਂਟਲ ਆਰਬਰ ਦੇ ਉੱਤੇ ਅਟੈਚ ਕੀਤਾ ਹੋਏਗਾ ਐਂਡ ਜਿਹੜੀ ਹੌਰੀਜ਼ੌਂਟਲ ਆਰਬਰ ਹੋਏਗੀ ਉਹ ਰਿਜਿਡਲੀ ਸਪੋਰਟ ਕਰ ਰਹੀ ਹੈ ਓਵਰ ਆਰਮ ਦੇ ਨਾਲ ਐਂਡ ਬ੍ਰੇਸਿਸ ਦੇ ਨਾਲ। ਐਂਡ ਨੈਕਸਟ ਉਹ ਗੱਲ ਕਰਦਾ ਜੀ ਦਾ ਸਪਿੰਡਲ ਇਜ਼ ਮੇਡ ਆਫ ਹੋਲੋ ਵਿਦ ਅ ਟੇਪਰਿੰਗ ਹੋਲ ਐਟ ਦਾ ਨੋਜ਼ ਐਂਡ, ਕਿ ਜੋ ਸਾਡੇ ਕੋਲ ਸਪਿੰਡਲ ਹੋਏਗਾ ਉਹ ਆਪਣੇ ਕੋਲ ਟੇਪਰਡ ਫਾਰਮ ਦੇ ਵਿੱਚ ਬਣਿਆ ਹੋਏਗਾ ਔਰ ਨੋਜ਼ ਐਂਡ ਦੇ ਨਾਲ ਹੋਏਗਾ। ਆਰਬਰ ਆਰ ਹੈਲਡ ਇਨ ਪੋਜੀਸ਼ਨ ਬਾਈ ਲੌਂਗ ਬੋਲਟ which screws into the taper end and is fastened at the back of the machine। ਕਿ ਜੋ ਇਸੇ ਦੇ ਨਾਲ ਹੀ ਜਿਹੜਾ ਸਾਡਾ ਆਰਬਰ ਹੈ ਉਹ ਕਿਸ ਤਰੀਕੇ ਦੇ ਨਾਲ ਪੋਜੀਸ਼ਨ ਦੇ ਵਿੱਚ ਲੱਗਿਆ ਹੋਇਆ, ਉਸ ਦੇ ਨਾਲ ਅਸੀਂ ਕੁਝ ਸਕਰੂਜ਼ ਨੂੰ ਫਾਸਟਨ ਕਰਕੇ ਬੈਕ ਸਾਈਡ ਆਫ ਮਸ਼ੀਨ ਦੇ ਨਾਲ ਟਾਈਟ ਕੀਤਾ ਹੋਇਆ। ਨੈਕਸਟ ਇਹਦੇ ਵਿੱਚ ਹੀ ਫਰਦਰ ਉਹ ਕਾਲਮ ਦੇ ਬਾਰੇ ਗੱਲ ਕਰ ਰਿਹਾ। ਜਿਵੇਂ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਕਾਲਮ ਦੇ ਵਿੱਚ ਹੁਣ ਫਰਦਰ ਹੋਲੋ ਪੋਰਸ਼ਨ ਹੋਏਗਾ ਔਰ ਜਿੰਨੇ ਵੀ ਡਰਾਈਵਿੰਗ ਮੈਕੈਨਿਜ਼ਮ ਨੇ ਉਹ ਸਾਰੇ ਦੇ ਸਾਰੇ ਇਹਦੇ ਵਿੱਚ ਫਿੱਟ ਕੀਤੇ ਹੋਣਗੇ। ਜਿੰਨੇ ਵੀ ਆਪਣੇ ਕੋਲ ਮਕੈਨੀਕਲ, ਇਲੈਕਟ੍ਰੀਕਲ ਜਾਂ ਹਾਈਡ੍ਰੋਲਿਕ ਡਿਵਾਈਸਿਸ ਨੇ ਉਹ ਸਾਰੇ ਦੇ ਸਾਰੇ ਅਸੀਂ ਇਸ ਕਾਲਮ ਦੇ ਵਿੱਚ, ਹੋਲੋ ਕਾਲਮ ਦੇ ਵਿੱਚ ਹੀ ਐਡਜਸਟ ਕੀਤੇ ਗਏ ਨੇ। ਔਰ ਇਸ ਦੇ ਨਾਲ ਹੀ ਨੈਕਸਟ ਅਸੀਂ ਗੱਲ ਕਰਾਂਗੇ ਨੈਕਸਟ ਆਪਣੇ ਕੋਲ ਇਸ ਦੀ ਟਾਈਪ ਦੇ ਬਾਰੇ। ਨੈਕਸਟ ਹੈ ਜੀ ਸਾਡੇ ਕੋਲ ਵਰਟੀਕਲ ਮਿਲਿੰਗ ਮਸ਼ੀਨ। ਹੁਣ ਵਰਟੀਕਲ ਮਿਲਿੰਗ ਮਸ਼ੀਨ ਆਪਣੇ ਕੋਲ ਪਹਿਲੀ ਦੇ ਨਾਲੋਂ ਕਿਵੇਂ ਡਿਫਰੈਂਟ ਹੈ ਹੌਰੀਜ਼ੌਂਟਲ ਦੇ ਨਾਲੋਂ, ਕਿ ਇਸ ਕੇਸ ਦੇ ਵਿੱਚ ਜੋ ਸਾਡਾ ਆਰਬਰ ਹੋਏਗਾ, ਜੋ ਸਾਡਾ ਸਪਿੰਡਲ ਹੈ ਮਸ਼ੀਨ ਦਾ, ਉਹ ਵਰਟੀਕਲ ਡਾਇਰੈਕਸ਼ਨ ਦੇ ਵਿੱਚ ਫਿੱਟ ਹੋਏਗਾ ਔਰ ਪਿਛਲੀ ਮਸ਼ੀਨ ਦੇ ਵਿੱਚ ਸਾਡੇ ਕੋਲ ਉਹ ਹੌਰੀਜ਼ੌਂਟਲ ਪੋਜੀਸ਼ਨ ਦੇ ਵਿੱਚ ਸੀਗਾ। ਬਾਕੀ ਜਿਹੜੀਆਂ ਇਹਦੀਆਂ ਟੇਬਲ ਦੀਆਂ ਮੂਵਮੈਂਟਸ ਹੋਣਗੀਆਂ ਜਿਵੇਂ ਕਿ ਲੌਂਗੀਟਿਊਡਨਲ ਮੂਵਮੈਂਟ ਹੈ, ਕ੍ਰਾਸ ਮੂਵਮੈਂਟ ਹੈ ਜਾਂ ਵਰਟੀਕਲ ਡਾਇਰੈਕਸ਼ਨ ਦੀ ਮੂਵਮੈਂਟ ਹੈ ਟੇਬਲ ਦੀ, ਉਹ ਐਜ਼ ਇਟ ਇਜ਼ ਪਿਛਲੀ ਮਸ਼ੀਨ ਵਾਂਗੂ ਸੇਮ ਰਹਿਣਗੀਆਂ। ਇਸ ਕੇਸ ਦੇ ਵਿੱਚ ਜੋ ਸਾਡਾ ਸਪਿੰਡਲ ਹੋਏਗਾ ਉਸ ਨੂੰ ਅਸੀਂ ਉੱਪਰ ਨੀਚੇ ਵੀ ਮੂਵ ਕਰ ਸਕਦੇ ਹਾਂ। ਰੋਟੇਸ਼ਨ ਤਾਂ ਉਹਨੇ ਹੋਣਾ ਹੀ ਹੋਣਾ ਰੋਟਰੀ ਮੋਸ਼ਨ ਦੇ ਵਿੱਚ, ਔਰ ਇਹਨੂੰ ਅਸੀਂ ਯੂਜ਼ ਕਰ ਸਕਦੇ ਹਾਂ ਕਾਹਦੇ ਵਾਸਤੇ, ਗਰੂਵਿੰਗ ਕਰਨ ਦੇ ਵਾਸਤੇ, ਸਲੋਟਿੰਗ ਵਾਸਤੇ, ਡਾਈ ਫਾਰਮਿੰਗ, ਫੇਸਿੰਗ, ਡਰਿਲਿੰਗ, ਬੋਰਿੰਗ। ਔਰ ਇਸ ਤੋਂ ਇਲਾਵਾ ਜੇ ਸਾਡਾ ਕੋਲ ਕੁਝ ਹੋਰ ਓਪਰੇਸ਼ਨਸ ਨੇ ਜਿਵੇਂ ਕਿ ਅਸੀਂ ਅੱਗੇ ਵੀ ਪੜ੍ਹਾਂਗੇ ਜਾ ਕੇ ਕਿ ਐਂਡ ਮਿਲਿੰਗ ਦਾ ਓਪਰੇਸ਼ਨ ਹੈ ਜਾਂ ਫੇਸ ਮਿਲਿੰਗ ਦੇ ਓਪਰੇਸ਼ਨਸ ਨੇ, ਉਹ ਵੀ ਅਸੀਂ ਇਸੇ ਮਸ਼ੀਨ ਦੀ ਹੈਲਪ ਦੇ ਨਾਲ ਅਚੀਵ ਕਰ ਸਕਦੇ ਹਾਂ। ਨੈਕਸਟ ਇਹਦੇ ਕੁਝ ਸੈਟਅਪ ਵੀ ਦੇਖਦੇ ਹਾਂ ਐਂਡ ਫਰਦਰ ਇਹਨੂੰ ਦੇਖਦੇ ਹਾਂ ਕਿ 2 ਕੈਟੇਗਰੀਜ਼ ਦੇ ਵਿੱਚ ਸਾਡੇ ਕੋਲ ਇਹਨੂੰ ਡਿਵਾਈਡ ਕੀਤਾ ਗਿਆ। ਹੁਣ 2 ਕੈਟੇਗਰੀਜ਼ ਦੇ ਵਿੱਚ ਕਿਵੇਂ ਡਿਵਾਈਡ ਕੀਤਾ ਹੈ। ਫਸਟ ਕੈਟੇਗਰੀ ਆ ਰਹੀ ਹੈ ਵਰਟੀਕਲ ਮਿਲਿੰਗ ਮਸ਼ੀਨ ਵਿਦ ਫਿਕਸਡ ਹੈਡ। ਹੁਣ ਇਸ ਕੇਸ ਦੇ ਵਿੱਚ ਕੀ ਹੋਏਗਾ ਕਿ ਜੋ ਸਾਡੇ ਕੋਲ ਮਸ਼ੀਨ ਦਾ ਹੈਡ ਹੋਏਗਾ ਉਹ ਕੰਪਲੀਟਲੀ ਫਿਕਸ ਕੀਤਾ ਹੋਊਗਾ। ਜਿਵੇਂ ਤੁਸੀਂ ਸਾਹਮਣੇ ਸੈਟਅਪ ਦੇ ਵਿੱਚ ਦੇਖ ਰਹੇ ਹੋ ਕਿ ਇਸ ਜਗ੍ਹਾ 'ਤੇ ਜੋ ਇਹਦਾ ਹੈਡ ਹੈ ਉਹਨੂੰ ਹੁਣ ਫਿਕਸ ਕਰ ਦਿੱਤਾ, ਉਹ ਮੂਵ ਨਹੀਂ ਕਰ ਰਿਹਾ, ਉਹ ਕਿਸੇ ਵੀ ਐਂਗਲ ਦੇ ਉਹਨੂੰ ਅਸੀਂ ਮੂਵ ਨਹੀਂ ਕਰਵਾ ਸਕਦੇ। ਸੋ ਇਸ ਸੈਟਅਪ ਦੇ ਵਿੱਚ ਇੱਕ ਵਾਰੀ ਨਜ਼ਰ ਮਾਰਦੇ ਹਾਂ। ਸੋ ਨੀਚੇ ਸਭ ਤੋਂ ਪਹਿਲਾਂ ਸਾਡੇ ਕੋਲ ਬੇਸ ਆ ਗਿਆ, ਲੈਫਟ ਸਾਈਡ 'ਤੇ ਸਾਡੇ ਕੋਲ ਕਾਲਮ ਹੈ ਔਰ ਉੱਪਰ ਸਾਡੇ ਕੋਲ ਫਿਕਸਡ ਹੈਡ ਹੈ ਔਰ ਵਰਟੀਕਲ ਡਾਇਰੈਕਸ਼ਨ ਦੇ ਵਿੱਚ ਸਾਡਾ ਸਪਿੰਡਲ ਹੈ। ਸਪਿੰਡਲ ਦੇ ਉੱਤੇ ਨਾਲ ਹੀ ਸਾਡੇ ਕੋਲ ਕਟਰ ਲੱਗਿਆ ਹੋਇਆ
ਐਂਡ ਸਾਈਡ ਦੇ ਉੱਤੇ ਕਾਲਮ ਦੇ ਨਾਲ ਹੀ ਸਾਡੇ ਕੋਲ ਮਸ਼ੀਨਡ ਵੇਜ਼ ਨੇ ਔਰ ਇਹਨਾਂ ਦੀ ਵੇਜ਼ ਦੇ ਗਾਈਡੈਂਸ ਦੇ ਵਿੱਚ ਹੀ ਜੋ ਨੀ ਸਾਡਾ ਪੋਰਸ਼ਨ ਹੈ ਇਹਨੇ ਅਪ ਡਾਊਨ ਮੂਵ ਕਰਨਾ ਔਰ ਸਕਰੂ ਜੈਕ ਦੀ ਹੈਲਪ ਦੇ ਨਾਲ। ਉੱਤੇ ਸਾਡੇ ਕੋਲ ਸੈਡਲ ਹੈ, ਟੇਬਲ ਹੈ, ਵਰਕ ਪੀਸ ਹੈ ਸਾਡਾ ਔਰ ਪੂਰਾ ਸੈਟਅਪ ਐਜ਼ ਇਟ ਇਜ਼ ਹੀ ਹੈ ਜਿਵੇਂ ਆਪਾਂ ਪਿਛਲਾ ਦੇਖਿਆ ਸੀ। ਸਿਰਫ ਫਰਕ ਕੀ ਹੈ ਇੱਥੇ ਕਿ ਜੋ ਸਾਡੀ ਸਪਿੰਡਲ ਦੀ ਪੋਜੀਸ਼ਨ ਹੈ ਉਹ ਹੁਣ ਇਸ ਕੇਸ ਦੇ ਵਿੱਚ ਵਰਟੀਕਲ ਆ ਜਾਂਦੀ ਹੈ। ਵਰਟੀਕਲ ਮਿਲਿੰਗ ਮਸ਼ੀਨ ਦੀ ਜੋ ਸੈਕਿੰਡ ਕੈਟਾਗਰੀ ਆਉਂਦੀ ਆ ਉਹ ਹੈ ਸਾਡੇ ਕੋਲ ਵਰਟੀਕਲ ਮਿਲਿੰਗ ਮਸ਼ੀਨ ਵਿਦ ਸੀਵਲਿੰਗ ਹੈਡ। ਹੁਣ ਇੱਥੇ ਸੀਵਲਿੰਗ ਹੈਡ ਦਾ ਮਤਲਬ ਕੀ ਹੈ ਕਿ ਤੁਸੀਂ ਸੈਟਅਪ ਦੇ ਵਿੱਚ ਵੀ ਦੇਖ ਪਾ ਰਹੇ ਹੋ ਕਿ ਜਿੱਥੇ ਸਾਡੇ ਕੋਲ ਹੈਡ ਪਿਛਲੇ ਕੇਸ ਦੇ ਵਿੱਚ ਸਿੰਪਲ ਨਾਰਮਲ ਸੀ, ਇਸ ਜਗ੍ਹਾ 'ਤੇ ਹੁਣ ਸਾਡੇ ਕੋਲ ਕੁਝ ਇੱਥੇ ਇਨਗ੍ਰੇਵੇਸ਼ਨਸ ਦਿੱਤੀਆਂ ਹੋਈਆਂ ਨੇ, ਕੁਝ ਡਾਇਮੈਂਸ਼ਨਸ ਨੇ ਕਿ ਅਸੀਂ ਇਸ ਹੈਡ ਨੂੰ ਕਿਸੇ ਵੀ ਐਂਗਲ ਦੇ ਉੱਤੇ ਰੋਟੇਟ ਕਰਕੇ ਸੈੱਟ ਕਰ ਸਕਦੇ ਹਾਂ। ਜਦੋਂ ਇਸ ਵਰਕ ਪੀਸ ਨੂੰ ਅਸੀਂ ਕਿਸੇ ਪਰਟੀਕੂਲਰ ਐਂਗਲ ਦੇ ਉੱਤੇ ਕੁਝ ਫਿਨਿਸ਼ਿੰਗ ਮਸ਼ੀਨਿੰਗ ਕਰਨੀ ਹੁੰਦੀ ਹੈ ਤਾਂ ਉਸ ਕੇਸ ਦੇ ਵਿੱਚ ਅਸੀਂ ਇਸ ਹੈਡ ਦਾ ਇਸਤੇਮਾਲ ਕਰਦੇ ਹਾਂ। ਨੈਕਸਟ ਤੀਸਰੀ ਕੈਟਾਗਰੀ ਸਾਡੇ ਕੋਲ ਆ ਰਹੀ ਹੈ ਯੂਨੀਵਰਸਲ ਮਿਲਿੰਗ ਮਸ਼ੀਨ। ਕਿ ਜੋ ਯੂਨੀਵਰਸਲ ਮਿਲਿੰਗ ਮਸ਼ੀਨ ਹੈ ਜਿਵੇਂ ਕਿ ਨਾਮ ਹੀ ਇੰਡੀਕੇਟ ਕਰ ਰਿਹਾ ਕਿ ਯੂਨੀਵਰਸਲ ਅਸੀਂ ਵਰਡ ਕਦੋਂ ਯੂਜ਼ ਕਰਦੇ ਹਾਂ ਕਿ ਜਦੋਂ ਇੱਕ ਵਾਈਡ ਰੇਂਜ ਆਫ ਆਪਰੇਸ਼ਨਸ ਅਸੀਂ ਸੇਮ ਮਸ਼ੀਨ ਦੇ ਉੱਤੇ ਅਚੀਵ ਕਰ ਸਕਦੇ ਹਾਂ, ਸੋ ਉਸ ਨੂੰ ਅਸੀਂ ਯੂਨੀਵਰਸਲ ਮਸ਼ੀਨ ਕਹਿ ਦਿੰਦੇ ਹਾਂ। ਸੋ ਇਹ ਯੂਨੀਵਰਸਲ ਮਿਲਿੰਗ ਮਸ਼ੀਨ ਹੈ ਕਿ ਇੱਥੇ ਵਾਈਡ ਰੇਂਜ ਆਫ ਮਿਲਿੰਗ ਆਪਰੇਸ਼ਨਸ ਅਸੀਂ ਅਚੀਵ ਕਰ ਸਕਦੇ ਹਾਂ। ਸੋ ਇਸ ਕੇਸ ਦੇ ਵਿੱਚ ਸਪੈਸ਼ਲ ਕੀ ਹੈ ਕਿ ਜੋ ਇਸ ਦਾ ਟੇਬਲ ਹੋਏਗਾ, ਜੋ ਇਹ ਵਰਕਿੰਗ ਟੇਬਲ ਹੈ, ਇਹ ਸਾਡੇ ਕੋਲ ਸੀਵਲਡ ਹੋਏਗਾ। ਹੁਣ ਸੀਵਲਡ ਕੇਸ ਦੇ ਵਿੱਚ ਕੀ ਚੀਜ਼ ਹੈ ਕਿ ਇਹਦੇ 'ਚ ਡਿਗਰੀ ਆਫ ਰੋਟੇਸ਼ਨ ਸਾਡੇ ਕੋਲ ਦਿੱਤੀਆਂ ਹੋਈਆਂ, ਇਹਦੇ ਚਾਰ ਚੁਫੇਰੇ ਸਾਡੇ ਕੋਲ ਕੁਝ ਗ੍ਰੈਜੂਏਸ਼ਨਸ ਹੋਣਗੀਆਂ ਕਿ ਅਸੀਂ ਇਹਨੂੰ ਕਿਸੇ ਵੀ ਡਿਗਰੀ ਦੇ ਉੱਤੇ ਰੋਟੇਟ ਇਸ ਦਾ ਟੇਬਲ ਕਰ ਸਕਦੇ ਹਾਂ। ਬਟ ਉਹਦੇ ਲਈ ਵੀ ਇੱਕ ਕੰਡੀਸ਼ਨ ਬਾਉਂਡ ਹੈ। ਕੀ ਕੰਡੀਸ਼ਨ ਬਾਉਂਡ ਹੈ ਜੀ? ਕਿ ਸਿਰਫ ਅਸੀਂ 45 ਡਿਗਰੀ ਤੱਕ ਹੀ ਇਹਨੂੰ ਅਸੀਂ ਰੋਟੇਟ ਕਰ ਸਕਦੇ ਹਾਂ ਆਈਦਰ ਸਾਈਡ, ਕਿ ਆਪਣੇ ਕੋਲ ਨਾਰਮਲ ਪੋਜੀਸ਼ਨ ਤੋਂ ਅਸੀਂ ਕਿਸੇ ਵੀ ਦੋਨਾਂ ਸਾਈਡਾਂ ਦੇ ਉੱਤੇ ਸਿਰਫ 45 ਡਿਗਰੀ ਤੱਕ ਹੀ ਇਹਨੂੰ ਮੂਵ ਕਰਵਾ ਸਕਦੇ ਹਾਂ। ਨੈਕਸਟ ਇਹਦੇ ਨਾਲ ਹੀ ਉਹ ਗੱਲ ਕਰ ਰਿਹਾ ਜੀ ਜੋ ਇਸ ਦੀ ਕਪੈਸਿਟੀ ਹੈ ਯੂਨੀਵਰਸਲ ਮਿਲਿੰਗ ਮਸ਼ੀਨ ਦੀ, ਉਸ ਨੂੰ ਅਸੀਂ ਇਨਕਰੀਜ਼ ਵੀ ਕਰ ਸਕਦੇ ਹਾਂ। ਕਿਸ ਤਰੀਕੇ ਦੇ ਨਾਲ? ਬਾਈ ਯੂਜ਼ਿੰਗ ਸਪੈਸ਼ਲ ਅਟੈਚਮੈਂਟਸ ਸੱਚ ਐਜ਼ ਡਿਵਾਈਡਿੰਗ ਹੈਡ, ਇੰਡੈਕਸਿੰਗ ਹੈਡ, ਵਰਟੀਕਲ ਮਿਲਿੰਗ ਅਟੈਚਮੈਂਟ, ਰੋਟਰੀ ਅਟੈਚਮੈਂਟ, ਸਲੋਟਿੰਗ ਅਟੈਚਮੈਂਟ। ਇਹਨਾਂ ਅਟੈਚਮੈਂਟਸ ਨੂੰ ਯੂਜ਼ ਕਰਕੇ ਅਸੀਂ ਇਸ ਦੀ ਜੋ ਡਾਇਵਰਸਿਟੀ ਹੈ ਉਹ ਹੋਰ ਵਧਾ ਸਕਦੇ ਹਾਂ। Thus this machine can produce spur, spiral, bevel gear, twist drills, reamers, milling cutters etc. ਸੋ ਇਸ ਤਰੀਕੇ ਦੇ ਆਪਾਂ ਕੁਝ ਆਪਰੇਸ਼ਨਸ ਜਿਹੜੇ ਨੇ ਉਹ ਇਸ ਯੂਨੀਵਰਸਲ ਮਿਲਿੰਗ ਮਸ਼ੀਨ ਦੀ ਹੈਲਪ ਦੇ ਨਾਲ ਅਸੀਂ ਅਚੀਵ ਕਰ ਸਕਦੇ ਹਾਂ। ਇਸ ਤੋਂ ਨੈਕਸਟ ਅੱਗੇ ਉਹਨੇ ਕੁਝ ਫਰਦਰ ਕੈਟੇਗਰੀਜ਼ ਦੇ ਵਿੱਚ ਮਿਲਿੰਗ ਮਸ਼ੀਨਸ ਨੂੰ ਡਿਵਾਈਡ ਕੀਤਾ ਔਰ ਹੈਡਿੰਗ ਦਿੱਤੀ ਹੈ ਅਦਰ ਮਿਲਿੰਗ ਮਸ਼ੀਨਸ ਦੇ ਵੀ। ਇਹਦੇ ਵਿੱਚ ਸਭ ਤੋਂ ਪਹਿਲੀ ਕੈਟੇਗਰੀ ਆਉਂਦੀ ਆ ਸਿੰਗਲ ਹੈਡ ਵਿਦ ਫਿਕਸਡ ਬੈੱਡ ਟਾਈਪ ਮਿਲਿੰਗ ਮਸ਼ੀਨ, ਕਿ ਇਸ ਮਸ਼ੀਨ ਦੇ ਵਿੱਚ ਸਾਡੇ ਕੋਲ ਸਿੰਗਲ ਹੈਡ ਯੂਜ਼ ਹੋਏਗਾ ਐਂਡ ਇਸ ਦਾ ਟੇਬਲ ਕਿਸ ਤਰ੍ਹਾਂ ਦਾ ਹੋਏਗਾ? ਸਾਡੇ ਕੋਲ ਫਿਕਸਡ ਬੈੱਡ ਹੋਏਗਾ। ਔਰ ਇਸ ਕੇਸ ਦੇ ਵਿੱਚ ਤੁਸੀਂ ਜੋ ਸੈਟਅਪ ਹੋਏਗਾ ਉਹ ਕੁਝ ਇਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਜੋ ਸਾਡਾ ਸੈਟਅਪ ਹੈ ਕੁਝ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਕੁਝ ਇਸ ਤਰੀਕੇ ਦੇ ਨਾਲ ਕਿ ਜੋ ਪੂਰਾ ਸਾਡੇ ਕੋਲ ਪਿਕਟੋਰੀਅਲ ਵਿਊ ਹੈ ਉਹ ਸਾਹਮਣੇ ਸਾਨੂੰ ਨਜ਼ਰ ਆ ਰਿਹਾ ਕਿ ਇਸ ਕੇਸ ਦੇ ਵਿੱਚ ਜੋ ਸਾਡਾ ਬੈੱਡ ਹੈ ਐਜ਼ ਇਟ ਇਜ਼ ਹੈ, ਹੌਰੀਜ਼ੋਨਟਲ ਫਾਰਮ ਦੇ ਵਿੱਚ ਹੈ। ਸਾਡੇ ਕੋਲ ਅੱਗੇ ਸਪਿੰਡਲ ਆ ਗਿਆ, ਠੀਕ ਹੈ ਜੀ, ਸੌਰੀ ਸਪਿੰਡਲ ਨੀਚੇ ਹੈ, ਇਹ ਸਾਡੀ ਓਵਰ ਆਰਮ ਹੈ, ਸਾਈਡ ਸਪੋਰਟ ਹੈ, ਬ੍ਰੇਸਿਸ ਨੇ ਆਰਬਰ ਸਪੋਰਟ ਦਿੱਤੀ ਹੋਈ ਆ। ਇਸ ਸਾਈਡ 'ਤੇ ਸਾਡਾ ਕਾਲਮ ਚਲਾ ਗਿਆ, ਕਾਲਮ ਦੇ ਵਿੱਚ ਸਾਰੀ ਸੈਟਅਪ ਦਿੱਤਾ ਹੋਇਆ। ਔਰ ਇਸ ਕੇਸ ਦੇ ਵਿੱਚ ਜਿਵੇਂ ਕਿ ਨਾਮ ਇੰਡੀਕੇਟ ਕਰ ਰਿਹਾ ਸੀ ਕਿ ਇਸ ਦੇ ਵਿੱਚ ਇੱਕ ਤਾਂ ਸਾਡਾ ਬੈੱਡ ਜੋ ਹੈ ਉਹ ਫਿਕਸ ਰਹੇਗਾ ਔਰ ਸਿੰਗਲ ਹੈਡ ਹੋਏਗਾ, ਕਿ ਇਸ ਕੇਸ ਦੇ ਵਿੱਚ ਜੋ ਸਾਡਾ ਟੂਲ ਯੂਜ਼ ਹੋਏਗਾ ਉਹ ਸਿੰਗਲ ਆਰਬਰ ਦੇ ਨਾਲ ਹੀ ਯੂਜ਼ ਹੋਏਗਾ। ਇਸ ਦੀ ਨੈਕਸਟ ਕੈਟਾਗਰੀ ਦੇ ਵਿੱਚ ਸਾਡੇ ਕੋਲ ਆ ਰਿਹਾ ਜੀ ਡੂਅਲ ਹੈਡ ਵਿਦ ਫਿਕਸਡ ਬੈੱਡ ਟਾਈਪ ਮਿਲਿੰਗ ਮਸ਼ੀਨ। ਸੋ ਇਸ ਕੇਸ ਦੇ ਵਿੱਚ ਕੀ ਹੋਏਗਾ ਕਿ ਸਾਡੇ ਕੋਲ ਸੇਮ ਟਾਈਮ 'ਤੇ ਅਸੀਂ 2 ਹੈਡ ਯੂਜ਼ ਕਰਕੇ ਆਪਾਂ ਆਪਰੇਸ਼ਨ ਲੈ ਸਕਦੇ ਹਾਂ, ਕਿ ਸੇਮ ਟਾਈਮ 'ਤੇ ਅਸੀਂ ਇੱਕ ਤੋਂ ਜ਼ਿਆਦਾ, ਹੁਣ ਜਿਵੇਂ ਇੱਥੇ ਡੂਅਲ ਦੀ ਗੱਲ ਕੀਤੀ ਹੈ ਕਿ 2 ਘੱਟੋ ਘੱਟ ਅਸੀਂ ਕਟਰ ਯੂਜ਼ ਕਰਕੇ 2 ਆਰਬਰਸ ਦਾ ਯੂਜ਼ ਕਰਕੇ ਅਸੀਂ ਆਪਰੇਸ਼ਨਸ ਅਚੀਵ ਕਰ ਸਕਦੇ ਹਾਂ। ਜਿਵੇਂ ਕਿ ਤੁਸੀਂ ਇੱਥੇ ਸਾਹਮਣੇ ਪੜ੍ਹ ਪਾ ਰਹੇ ਹੋ, ਦਿਸ ਮਸ਼ੀਨ ਇਜ਼ ਸਿਮਿਲਰ ਟੂ ਦਾ ਸਿੰਗਲ ਹੈਡ ਫਿਕਸਡ ਟਾਈਪ ਮਿਲਿੰਗ ਮਸ਼ੀਨ ਬਟ ਦਾ ਓਨਲੀ ਡਿਫਰੈਂਸ ਇਜ਼ ਦੈਟ it carries 2 columns and 2 adjustable spindle heads and attached to each column।
कि अपने कोल इत्थे स्पिंडल जो हैड होणगे वो 2 होणगे, कॉलम्स 2 होणगे एंड 2 कटर्स आर प्रोवाइडेड इन दिस मशीन विच एनेबल्स अ मशीन ऑफ 2 सरफेसिस एट द सेम टाइम कि असी सेम टाइम ते 2 सरफेसिस नूं इक्को टाइम ते ही मशीन कर सकते हैं इस दी हेल्प दे नाल। नैक्सट देखते हैं जी इहदा सैटअप किस तरह का होएगा। सामने स्क्रीन ते तुसी सैटअप देख पा रहे हो जी ड्यूल टाइप का कि इस केस दे विच साडे कोल 2 कॉलम्स ने, एक इधर है लैफ्ट साइड ते एक राइट साइड ते है, दोनों दे साडे स्पिंडल्स दिते हुए ने, दोवां दे नाल ही साडे कोल कटर अटैच किए गए है और सेंटर दे विच साडे कोल फिक्सड बैड है, इस दे उत्ते टेबल है, वर्क पीस है और इस दी सेम टाइम ते असी 2 ऑपोजिट फेसिस दी ग्राइंडिंग मशीनिंग अचीव कर सकते हैं। नैक्सट कैटेगरी आ रही है जी साडे कोल ट्रिपल हैड विद फिक्सड बैड टाइप मिलिंग मशीन। सो इस केस दे विच साडे कोल की होएगा, जिवें तुसीं सामने सैटअप दे विच ही सीधा आपां देखते हैं की है कि इस केस दे विच साडे कोल हुण ट्रिपल हैड प्रेजेंट ने। ऑन ट्रिपल हैड दे विच की चीज़ है कि जिवें सामने देख रहे हैं फिक्सड बैड है, फिक्सड बैड दे उत्ते साडा टेबल है, वर्क पीस है एंड एक साडे कोल लैफ्ट साइड ते है, राइट साइड ते साडा कॉलम है एंड ओवर जिथे अपने कोल ओवर आर्म हुंदी है इस जगह ते भी साडे कोल हैड प्रोवाइडेड है और सेम टाइम ते असी 3 फेसिस नूं असी मशीन कर सकते हैं इस प्रोसैस दे नाल। इस तो अगे नैक्सट कैटेगरी आ रही है जी प्लैनर टाइप मिलिंग मशीन की। हुण प्लैनर टाइप मिलिंग मशीन की है उसका सैटअप असी देखते हैं। प्लैनर टाइप मिलिंग मशीन के सैटअप दे विच असी देख पा रहे हैं कि साडे कोल नीचे फिक्सड बैड है, फिक्सड बैड दे उत्ते साडे कोल वर्किंग टेबल है, लैफ्ट साइड दे उत्ते राइट साइड दे उत्ते साडे कोल 2 कॉलम्स ने एंड इन्हां 2 कॉलम्स दे उत्ते साडे कोल एक क्रॉस रेल है जिहदे उत्ते साडे कोल 2 हैड ऑलरेडी लगे हुए हैं। हुण टोटल काउंट किया जाए तो साडे कोल इस जगह ते 4 वर्किंग हैड्स आ गए जिस दे विच 2 साडे कोल हॉरिजॉन्टल वर्किंग दे लई काम आउणगे एंड 2 साडे वर्टिकल मिलिंग हैड्स काउंट होणगे, टोटल 4 हो गए। सो ਇਹਦੀ ਹੈਲਪ ਦੇ ਨਾਲ ਅਸੀਂ ਕੀ ਕਰਾਂਗੇ ਕਿ ਅਸੀਂ ਜਿਹੜੇ ਕੁਝ ਵੱਡੇ ਸਾਡੇ ਵਰਕ ਪੀਸਿਸ ਨੇ ਜਿਨ੍ਹਾਂ ਦਾ ਸਾਈਜ਼ ਕਾਫੀ ਵੱਡਾ ਹੈ ਉਹਨਾਂ ਨੂੰ ਅਸੀਂ ਈਜ਼ੀਲੀ ਸੇਮ ਟਾਈਮ ਦੇ ਉੱਤੇ ਮਸ਼ੀਨ ਕਰ ਸਕਦੇ ਹਾਂ ਅਲੱਗ-ਅਲੱਗ ਫੇਸਿਸ ਦੇ ਉੱਤੋਂ। ਇਸੇ ਕੈਟੇਗਰੀ ਦੇ ਵਿੱਚ ਸਾਡੀ ਜੋ ਨੈਕਸਟ ਟਾਈਪ ਦੀ ਮਿਲਿੰਗ ਮਸ਼ੀਨ ਆ ਰਹੀ ਹੈ ਉਹ ਹੈ रोटरी टेबल मिलिंग मशीन। रोटरी टेबल मिलिंग मशीन के केस के की होएगा कि जो साडा टेबल होएगा मशीन का हुण वो फिक्स नहीं होएगा, वो रोटरी फॉर्म के होएगा, उन्होंने किसी भी एंगल के उत्ते असीं एडजस्ट ईजिली कर सकते हैं। आओ नैक्सट असीं देखते हैं कि इसका सैटअप सानूं किस तरीके दे नाल नज़र आएगा। सामने स्क्रीन पर असीं देख पा रहे हैं जी रोटरी टेबल मिलिंग मशीन का सैटअप कि इस केस के साडे कोल हुण तुसीं देख पा रहे हो नीचे बेस है, कॉलम है, राइट साइड के उत्ते ऊपर मोटर लगी हुई है जो मोटर ड्राइव देगी साड़ी इस सैडल पोर्शन नूं। इहदे नाल ही साडे कोल वर्टिकल कंडीशनस दे विच साडे 2 स्पिंडल्स लगे हुए हैं, उन्हां दे नाल साडे रिवॉल्विंग कटर्स ने और नीचे वर्किंग टेबल है साडा जिस नूं असीं किसी भी एंगल दे उत्ते रोटेट कर सकते हैं और इस दे विच कोई बाउंडेशन नहीं है कि यह पर्टिकुलर कुछ डिग्री तक ही रोटेट होएगा, 360 डिग्री तक इसनों असीं रोटेट ईजिली कर सकते हैं। ਇਹਦੇ ਵਿੱਚ ਹੀ ਨੈਕਸਟ ਜੋ ਸਾਡੀ ਕੈਟੇਗਰੀ ਆ ਰਹੀ ਹੈ ट्रेसर कंट्रोल्ड मिलिंग मशीन। ट्रेसर कंट्रोल्ड मिलिंग मशीन की चीज़ है कि इस केस दे विच एक साडे कोल ट्रेसर होएगा, उस दी हूबहू शक्ल असी ईजिली ट्रेस करके जनरेट कर सकते हैं। जिवें कि तुसीं सामने इत्थे सैटअप दे विच देखोगे कि साडे कोल इस जगह ते साडा वर्क पीस पिया है, ऊपर साडा कटर लग्या होया है, ऊपर असी क्या है मिलिंग हैड है साडा, इस दी मूवमेंट असी अगे पिछे कर सकते हैं अकॉर्डिंग टू आवर रिक्वायरमेंट्स। और इस साइड दे उत्ते साडे कोल देखो कॉन्टैक्ट फिंगर है जो कि साडा स्टाइलस की फॉर्म दे विच होएगा। नीचे साडे कोल ऑलरेडी प्रोड्यूस्ड जो शेप है जिस दी प्रोफाइल असी ऑलरेडी एक बनाई हुई है और इसे प्रोफाइल नूं कॉपी करके असी इधर जनरेट करवाना है। सो इस केस दे विच ट्रेसर कंट्रोल्ड मिलिंग मशीन दे विच इस तरीके दे नाल वर्कआउट कुछ करवाया जाता है कि कुछ साडे कोल वर्क पीस ऑलरेडी बनया होया उहदी प्रोफाइल नूं स्टडी करके स्टाइलस की हेल्प दे नाल असी नैक्सट नवां पीस तैयार करना है दूसरी साइड दे उत्ते। इसे कैटेगरी दे विच सम अदर मिलिंग मशीनस की कैटेगरी दे विच अपने कोल जो लास्ट कैटेगरी आ रही है वो है थ्रैड मिलिंग मशीन। थ्रैड मिलिंग मशीन तुसीं सामने सैटअप देख पा रहे हो कि किस तरीके दे नाल नज़र आ रहा है। हुण इत्थे 2 सैटअप ने तुहाडे कोल, इत्थे कन्फ्यूज़ होने की कोई लोड़ नहीं है कि साडे कोल ऑलरेडी कुछ
ਦੰਦੇ ਕੱਟੇ ਹੋਏ ਨੇ, ਟੀਥ ਕੱਟੇ ਹੋਏ ਨੇ, ਉਸ ਟਾਈਪ ਦਾ ਹੀ ਅਸੀਂ ਕਟਰ ਇਸਤੇਮਾਲ ਕਰਕੇ ਅਸੀਂ ਇੱਕ ਪਰਟੀਕੂਲਰ ਨਿਊ ਜੌਬ ਦੇ ਉੱਤੇ ਅਸੀਂ ਟੀਥ ਜਨਰੇਟ ਕਰਨੇ ਨੇ, ਥਰੈਡ ਜਨਰੇਟ ਕਰਨੇ ਨੇ। ਸੋ ਜੋ ਲੈਫਟ ਸਾਈਡ ਤੇ ਤੁਹਾਡੇ ਕੋਲ ਫਿਗਰ ਇਹ ਨਜ਼ਰ ਆ ਰਿਹਾ, ਇਸ ਕੇਸ ਦੇ ਵਿੱਚ ਜੋ ਸਾਡਾ ਕਟਰ ਯੂਜ਼ ਹੋ ਰਿਹਾ ਇਹ ਕਾਹਦੇ ਵਾਸਤੇ ਹੈ ਜੀ? ਸਿੰਗਲ ਕਟਰ। ਕਿ ਜਦੋਂ ਆਪਾਂ ਸਿੰਗਲ ਕਟਰ ਯੂਜ਼ ਕਰਕੇ ਟੀਥ ਜਨਰੇਟ ਕਰਨੇ ਨੇ, ਥਰੈਡ ਜਨਰੇਟ ਕਰਨੇ ਨੇ, ਉਦੋਂ ਇਹ ਸੈਟਅਪ ਅਸੀਂ ਸ਼ੋ ਕਰਾਂਗੇ। ਔਰ ਇਸ ਦੇ ਵਿੱਚ ਹੀ ਸੈਕੰਡਲੀ ਅਸੀਂ ਗੱਲ ਕਰਾਂਗੇ ਕਿ ਜਦੋਂ ਅਸੀਂ ਮਲਟੀ ਟੀਥ ਕਟਰ ਦਾ ਇਸਤੇਮਾਲ ਕਰਕੇ ਥਰੈਡ ਜਨਰੇਟ ਕਰਨੇ ਆ, ਉਦੋਂ ਅਸੀਂ ਇਸ ਸੈਟਅਪ ਦੀ ਗੱਲ ਕਰਾਂਗੇ। ਸੋ ਇਹਦੇ ਨਾਲ ਹੀ ਮੇਰੇ ਵੱਲੋਂ ਇਹ ਟੌਪਿਕ ਕੰਪਲੀਟ ਹੈ, ਜੋ ਸੀਗਾ ਸਾਡੇ ਕੋਲ ਕਲਾਸੀਫਿਕੇਸ਼ਨ ਆਫ ਦਾ ਮਿਲਿੰਗ ਮਸ਼ੀਨਸ। ਹੋਪਫੁਲੀ ਤੁਹਾਡੇ ਲਈ ਇਹ ਟੌਪਿਕ ਕਾਫੀ ਨੌਲੇਜੇਬਲ ਰਿਹਾ ਹੋਵੇਗਾ। ਅਗਰ ਕੋਈ ਚੀਜ਼ ਨਹੀਂ ਸਮਝ ਆਈ, ਕਿਸੇ ਗੱਲ ਦੀ ਕੋਈ ਕਮੀ ਪੇਸ਼ੀ ਰਹਿ ਗਈ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ। ਓਕੇ ਜੀ, ਥੈਂਕ ਯੂ ਵੈਰੀ ਮੱਚ। ਸਤਿ ਸ੍ਰੀ ਅਕਾਲ ਜੀ।